ਕਰਨਵੀਰ ਸ਼ਾਹ ਵੱਲੋਂ ਸ਼ਾਹ ਜੀ ਦੇ ਸਵਾਲ ਪ੍ਰੋਗਰਾਮ ਵਿੱਚ ਜੀ ਆਇਆਂ ਕਬੂਲ ਕਰੋ ਜੀ। ਤੁਹਾਨੂੰ ਉਡੀਕ ਹੋਵੇਗੀ ਅੱਜ ਇੱਕ ਹੋਰ ਪਰਸਨੈਲਿਟੀ ਦੀ, ਇੱਕ ਹੋਰ ਨਵੀਂ ਸ਼ਖਸੀਅਤ ਦੀ। ਤੁਹਾਡੀ ਉਡੀਕ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਸਿੱਖਾਂ ਦੀ ਸਿਰਮੌਰ ਸੰਸਥਾ SGPC ਦੇ ਮੈਂਬਰ ਸਰਦਾਰ ਹਰਦੀਪ ਸਿੰਘ ਹੋਣਾ ਦੇ ਨਾਲ। ਜਥੇਦਾਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਦੀਪ ਸਿੰਘ ਜੀ, ਤੁਸੀਂ 3 ਵਾਰ ਲਗਾਤਾਰ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈ ਐਜ਼ ਏ SGPC ਮੈਂਬਰ ਦਾ ਇਲੈਕਸ਼ਨਾਂ ਦੇ ਵਿੱਚ। ਇਹ ਜਿਹੜੀ 3 ਵਾਰ ਦੀ ਜਿੱਤ ਹੈ, ਇਹਦਾ ਜਿਹੜਾ ਸਿਰ ਹੈ ਉਹ ਕਿਹਦੇ ਸਿਰ ਬੰਨ੍ਹਦੇ ਹੋ? ਮੈਂ ਸਮਝਦਾ ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਜਿਨ੍ਹਾਂ ਬਾਹਾਂ ਪਕੜ ਗੁਰ ਸੇਵਾ ਲਾਏ ਸਤ ਦਿਆਲ ਹਰ ਟੋਲਾ ਜੀ। ਔਰ ਦੂਸਰਾ, ਇਹ ਜੋ ਜਿੱਤ ਹੈ ਮੈਂ ਸਮਝਦਾ ਮੇਰੀ ਕੋਈ ਨਿੱਜੀ ਜਿੱਤ ਨਹੀਂ ਹੈ, ਇਹ ਸੰਗਤੀ ਜਿੱਤ ਹੈ। ਕਿਉਂਕਿ ਮੇਰਾ ਰਾਬਤਾ ਸੰਗਤ ਨਾਲ ਰਿਹਾ ਹੈ, ਮੈਂ ਰਿਪਰੈਜ਼ੈਂਟ ਸੰਗਤ ਨੂੰ ਕਰਦਾ ਰਿਹਾ। ਜੋ ਵਿਊਜ਼ ਸੰਗਤ ਦੇ ਰਹੇ ਨੇ, ਪਬਲਿਕ ਦੇ ਰਹੇ ਨੇ, ਸਿੱਖ ਮਾਸਿਸ ਦੇ ਰਹੇ ਨੇ, ਉਹਨੂੰ ਪਹੁੰਚਾਉਣ ਦੀ ਛੋਟੀ ਛੋਟੀ ਕੋਸ਼ਿਸ਼ਾਂ ਨੇ। ਇਸ ਕਰਕੇ ਤੇ ਇਸੇ ਕਰਕੇ ਸੰਗਤ ਨੇ ਪਿਆਰ ਦਿੱਤਾ ਤੇ ਇਹ ਜਿੱਤ ਦਾ ਸਿਹਰਾ ਵੀ ਤੇ ਜਿੱਤ ਵੀ ਜੋ ਹੈ ਉਹ ਸੰਗਤ ਦੀ ਮੈਂ ਸਮਝਦਾ। ਹੋਰ ਵੀ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਬੜੇ ਅਹੁਦਿਆਂ ਤੇ ਬਿਰਾਜਮਾਨ ਰਹੇ ਹੋ। ਮੇਰਾ ਖਿਆਲ ਇੱਕ ਪੰਜਾਬ ਆਰਟ ਕੌਂਸਲ ਦੇ ਵੀ ਤੁਸੀਂ ਸੈਕਟਰੀ ਜਨਰਲ ਰਹੇ ਹੋ। ਹੋਰ ਕਿਹੜੇ ਜਿਹੜੇ ਜਿੱਥੇ ਜ਼ਿੰਮੇਵਾਰੀਆਂ ਨਿਭਾਈਆਂ ਨੇ, ਜਿੱਥੇ ਤੁਹਾਡੀ ਕੋਈ ਵਧੀਆ ਕਾਰਗੁਜ਼ਾਰੀ ਰਹੀ ਹੈ? ਸਮਾਜਿਕ ਧਾਰਮਿਕ ਖੇਤਰ ਦੇ ਵਿੱਚ ਕਾਫੀ ਸੰਸਥਾਵਾਂ ਦੇ ਨਾਲ ਮੇਰਾ ਸੰਬੰਧ ਰਿਹਾ ਹੈ, ਪਰ ਪ੍ਰਮੁੱਖ ਤੌਰ ਤੇ ਜੇ ਕਹੀਏ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੈ, ਜਾਂ ਹੋਰ ਜਿਸ ਤਰ੍ਹਾਂ ਤੁਸੀਂ ਆਰਟ ਕੌਂਸਲ ਦੀ ਗੱਲ ਕੀਤੀ ਹੈ, ਉੱਥੇ ਮੈਂ ਥੋੜਾ ਸਮਾਂ ਉਹ ਅਹੁਦਾ ਜ਼ਰੂਰ ਮਿਲਿਆ ਜੀ। ਪਰ ਮੇਰਾ ਮਕਸਦ ਤੇ ਆਰਟ ਕੌਂਸਲ 'ਚ ਜਾਣ ਦਾ ਇਹ ਸੀ ਕਿ ਮੈਂ ਬੀਇੰਗ ਆਪ ਆਰਟਿਸਟ ਹੋਣ ਦੇ ਨਾਤੇ ਕਿ ਆਰਟ ਫੀਲਡ ਦੇ ਲਈ ਜਾਂ ਆਰਟਿਸਟ ਲਈ ਕੁਝ ਕਰ ਸਕਾਂ। ਪਰ ਉਹ ਸੰਸਥਾਵਾਂ ਵੀ ਜਦੋਂ ਰਾਜਨੀਤੀ ਦਾ ਸ਼ਿਕਾਰ ਤੇ ਮੈਂ ਬਹੁਤਾ ਸਮਾਂ ਉੱਥੇ ਰਹੀ ਤੇ ਮੈਂ ਉਸ ਤੋਂ ਵਾਪਸੀ ਕਰ ਲਿੱਤੀ। ਤੁਹਾਡੀ ਤੇ ਉਹਨਾਂ ਦੀ ਫ੍ਰੀਕੁਐਂਸੀ ਰਲੀ ਨਹੀਂ? ਹਾਂ, ਬਿਕੋਜ਼ ਮੈਂ ਐਜ਼ ਐਨ ਆਰਟਿਸਟ ਆਰਟ ਫੀਲਡ ਦੀ ਗੱਲ ਕਰਨੀ ਚਾਹੁੰਦਾ ਹਾਂ, ਲੇਕਿਨ ਹਾਲਾਤ ਐਸੇ ਨੇ ਕਿ ਜਿਹੜੇ ਨੇ ਉਹ ਕਲਾ ਦੀਆਂ ਸੰਸਥਾਵਾਂ ਵੀ ਜਿਹੜੇ ਨੇ ਰਾਜਨੀਤੀ ਦਾ ਸ਼ਿਕਾਰ ਨੇ। ਮਤਲਬ ਤੁਸੀਂ ਜਾਂ ਉਹਨਾਂ ਨੂੰ ਆਪਣੇ ਫਿੱਟ ਨਹੀਂ ਸਮਝਿਆ, ਜਾਂ ਉਹ ਸੰਸਥਾ ਦੇ ਤੁਸੀਂ ਫਿੱਟ ਨਹੀਂ ਹੋਏ, ਕੋਈ ਇਹ ਦੋਵਾਂ 'ਚ ਕੋਈ ਇੱਕ ਗੱਲ ਹੋ ਗਈ। ਅਸੀਂ ਅੱਗੇ ਚੱਲਦੇ ਹਾਂ। ਤੁਸੀਂ ਸਮੇਂ-ਸਮੇਂ 'ਤੇ ਨਾ ਸਲਾਹਾਂ ਔਰ ਬੜੇ ਵਧੀਆ ਮਸ਼ਵਰੇ ਦਿੰਦੇ ਰਹੇ ਹੋ ਪਿਛਲੇ ਸਮੇਂ ਦੇ ਦੌਰਾਨ। ਕੋਈ ਇੱਕ ਤੁਸੀਂ ਯੂਨੈਸਕੋ ਨੂੰ ਦੇ ਮਸਲੇ 'ਚ ਇੱਕ ਗੱਲ ਜਿਹੜੀ ਕੀਤੀ ਸੀ, ਇਸ਼ੂ ਇੱਕ ਚੁੱਕਿਆ ਸੀ, ਸਲਾਹ ਦਿੱਤੀ ਸੀ, ਉਹ ਕੀ ਸੀ ਜਿਹੜਾ ਉਹ ਲੋਕਾਂ ਨੂੰ ਦੱਸਣਾ ਜ਼ਰੂਰੀ ਸਮਝੋਗੇ? ਦੇਖੋ, ਮੈਂ ਸਭ ਤੋਂ ਪਹਿਲੀ ਚੀਜ਼ ਤਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣਾ ਉਹ ਘੱਟੋ ਘੱਟ ਆਪਣੇ ਇਲਾਕੇ ਦੀਆਂ ਸਿੱਖ ਸੰਗਤਾਂ ਦੀ ਰਿਪਰੈਜ਼ੈਂਟੇਸ਼ਨ ਕਰਨ ਦੀ ਗੱਲ ਹੈ। ਬਿਲਕੁਲ ਜੀ। ਫਿਰ ਇਹ SGPC ਜਿਹੜੀ ਸੰਸਥਾ ਹੈ, ਇਸ ਤੋਂ ਸੰਸਾਰ ਭਰ ਦੇ ਸਿੱਖਾਂ ਨੂੰ ਤਵੱਕੋ ਹੈ ਕਿ ਕੁਝ ਕੌਮੀ ਪੱਧਰ ਤੇ ਸਾਹਮਣੇ ਆਵੇ। ਇਟ ਇਜ਼ ਨਾਟ ਜਸਟ ਮੈਨੇਜਮੈਂਟ ਆਫ ਦਾ ਸ਼ਰਾਈਨਸ, ਉੱਥੇ ਤੱਕ ਸੀਮਤ ਨਹੀਂ ਹੈ। ਰਾਈਟ। ਤੇ ਜਿਸ ਮਸਲੇ ਦੀ ਗੱਲ ਤੁਸੀਂ ਕੀਤੀ ਹੈ, ਯੂਨੈਸਕੋ ਦੇ ਪਾਸ ਇੱਕ ਡੋਜ਼ੀਅਰ ਪੇਸ਼ ਕੀਤਾ ਗਿਆ ਸੀਗਾ ਕਰੀਬ 2003 ਦੇ ਵਿੱਚ। SGPC ਵੱਲੋਂ ਅਪਰੂਵਡ ਸੀ, ਪੰਜਾਬ ਸਰਕਾਰ ਵੱਲੋਂ ਅਪਰੂਵਡ ਸੀ, ਫਿਰ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਹੋ ਕੇ ਉਹ ਜੋ ਹੈ ਡੋਜ਼ੀਅਰ ਉਹ ਯੂਨੈਸਕੋ ਦੇ ਵਿੱਚ ਸਬਮਿਟ ਸੀ ਤੇ ਫਰਸਟ ਸਟੇਜ ਤੇ ਉਸ ਨੂੰ ਕਲੀਅਰ ਵੀ ਕਰ ਦਿੱਤਾ ਗਿਆ ਸੀ। ਉਹ ਅਸਲ ਬਹੁਤਾਤ ਲੋਕਾਂ ਨੂੰ ਉਸ ਮਸਲੇ ਦੀ ਬਾਰੇ ਜਾਣਕਾਰੀ ਨਹੀਂ ਸੀ। ਤੇ ਦੂਜੀ ਗੱਲ ਸੀ ਕਿ ਉਸ ਮਸਲੇ ਨੂੰ ਕਾਫੀ ਦਬਾ ਕੇ ਹੀ ਚਲਾਇਆ ਗਿਆ ਸੀ ਤੇ ਉਸ ਦੀ ਭਿਣਕ ਬਾਹਰ ਨਹੀਂ ਸੀ ਪੈਣ ਦਿੱਤੀ ਗਈ। ਤੇ ਪੇਸ਼ ਇਉਂ ਕੀਤਾ ਗਿਆ ਕਿ ਇਸ ਦੇ ਨਾਲ ਬੜੀ ਵੱਡੀ ਪਛਾਣ ਹੋ ਜਾਏਗੀ। ਇਉਂ ਵੀ ਸੀ ਕਿ ਦਰਬਾਰ ਸਾਹਿਬ ਜਿਹੜਾ ਹੈਗਾ ਸੰਸਾਰ ਭਰ ਦੇ ਲੋਕ ਜਾਣਨ ਲੱਗਣਗੇ, ਜਦ ਕਿ ਉਸ ਵੇਲੇ ਦੀ ਹੀ ਗੱਲ ਸੀ ਕਿ BBC ਲੰਡਨ ਦੀ ਆਪਣੀ BBC ਦੀ ਜੋ ਆਪਣੇ ਰਿਪੋਰਟਸ ਨੇ ਉਸ ਅਨੁਸਾਰ ਦਰਬਾਰ ਸਾਹਿਬ ਸੰਸਾਰ ਦੇ ਚੌਥੇ ਸਭ ਤੋਂ ਜ਼ਿਆਦਾ ਜਾਣੇ ਜਾਣ ਵਾਲੇ ਸਥਾਨ ਵਿੱਚੋਂ ਗਿਣਿਆ ਜਾਂਦਾ ਸੀ। ਤੇ ਸਾਡੀ ਤਾਂ ਗੱਲ ਹੀ ਹੋ ਰਿਹਾ ਕਿ ਅਸੀਂ ਤਾਂ ਕਹਿੰਦੇ ਕਿ ਡਿੱਠੇ ਸਭੇ ਥਾਮ ਨਹੀਂ ਤੁਝੇ ਆ। ਸੋ ਉਹ ਪੱਖ ਹੀ ਨਹੀਂ ਸੀ ਕਿ ਫॉर ਦੀ ਪ੍ਰਮੋਸ਼ਨ ਆਫ ਦਰਬਾਰ ਸਾਹਿਬ ਉਹਦੀ ਲੋੜ ਹੋਵੇ। ਫਿਰ ਉਸ ਦੇ ਵਿੱਚ ਕਾਫੀ ਐਸੀਆਂ ਗੱਲਾਂ ਸਨ, ਇੰਪਲੀਕੇਸ਼ਨਸ ਐਸੀਆਂ ਸਨ ਕਿ ਜਿਸ ਦੇ ਨਾਲ ਦਰਬਾਰ ਸਾਹਿਬ ਦਾ ਪ੍ਰਬੰਧ ਸ਼ਾਇਦ ਸਾਡੇ ਹੱਥੋਂ ਤੋਂ ਚਲਾ ਜਾਂਦਾ। ਕਿਉਂਕਿ ਉਹ ਯੂਨੈਸਕੋ ਕਿਸੇ ਕਮਿਊਨਿਟੀ ਨੂੰ ਨਹੀਂ ਜਾਣਦਾ।
ਜੋ ਹੈ ਇਸ ਸੰਸਥਾ ਨੂੰ ਨਹੀਂ ਜਾਣਦਾ। ਜੀ ਜੀ। ਔਰ SGPC ਜਿਹੜੀ ਹੈਗੀ ਹੈ ਉਹ ਕੋਈ ਮਾਲਕ ਵੀ ਨਹੀਂ ਹੈ, ਪ੍ਰਬੰਧਕ ਹੈ। ਯੂਨੈਸਕੋ ਜੋ ਜਾਣਦਾ ਹੈ ਉਹ ਸਟੇਟਸ ਨੂੰ ਜਾਣਦਾ ਹੈ, ਉਹ ਗਵਰਨਮੈਂਟ ਆਫ ਇੰਡੀਆ ਨੂੰ ਜਾਣਦਾ ਹੈ। ਤੇ ਯੂਨੈਸਕੋ ਦੇ ਵਿੱਚ ਇਹ ਜਿਹੜੀ ਵਿਰਾਸਤ ਹੈ ਉਹ ਭਾਰਤ ਸਰਕਾਰ ਦੀ ਵਿਰਾਸਤ ਵਜੋਂ, ਭਾਰਤ ਦੀ ਵਿਰਾਸਤ ਵਜੋਂ ਦਰਜ ਹੋਣੀ ਸੀ, ਨਾ ਕਿ ਸਿੱਖਾਂ ਦੀ ਵਿਰਾਸਤ ਵਜੋਂ। ਸੋ ਐਸੇ ਬਹੁਤ ਸਾਰੇ ਪੱਖ ਸੀ। ਜੇ ਇਸ ਗੱਲ ਤੇ ਹੀ ਅਸੀਂ ਗੱਲ ਕਰੀਏ ਤੇ ਭਾਵੇਂ ਜਿਤਨਾ ਮਰਜ਼ੀ ਸਮਾਂ ਮੈਂ ਆਪ ਜੀ ਨੂੰ ਜਾਣਕਾਰੀ ਦੇ ਸਕਦਾ ਜਾਂ ਕੋਈ ਹੋਰ ਸਮੇਂ ਦੇ ਉੱਤੇ ਇਸ ਦੀ ਜਾਣਕਾਰੀ ਹੋਵੇ। ਤੇ ਇਹ ਕਾਰਨ ਸਨ ਜਿਨ੍ਹਾਂ ਦੇ ਕਰਕੇ ਜੇ ਸਮਝ ਆਈ ਗੱਲ ਤੇ ਉਸ ਨੂੰ ਰੇਜ਼ ਕੀਤਾ। ਉਹ ਹਾਲਾਂਕਿ ਬਹੁਤ ਐਡਵਾਂਸ ਸਟੇਜ ਤੇ ਜਾ ਚੁੱਕੀ ਸੀ ਉਸ ਦੀ ਜੋ ਹੈ ਲਿਸਟਿੰਗ ਦੇ ਵਿੱਚ। ਤੇ ਉਦੋਂ ਦੇਖੋ 1200-1300 ਪਲੇਸਿਸ ਜਿਹੜੀਆਂ ਸਨ ਵਰਲਡ ਵਾਈਡ, ਉਹ ਉਸ ਵਕਤ ਜਿਹੜੀਆਂ ਨੇ ਯੂਨੈਸਕੋ ਲਿਸਟਿੰਗ ਤੇ ਸੀ। ਤੇ ਅੱਜ ਜੇਕਰ 8-10 ਸਾਲਾਂ ਦੇ ਵਕਫੇ 'ਚ ਲੈ ਲਈਏ ਤੇ 2000 ਦੇ ਨੇੜੇ ਜਾਂ 2000 ਕ੍ਰਾਸ ਕਰ ਚੁੱਕੀਆਂ ਨੇ। ਤੇ 2000 ਦੇ ਵਿੱਚੋਂ ਇੱਕ ਦਰਬਾਰ ਸਾਹਿਬ ਵੀ ਹੁੰਦਾ ਤੇ ਬਹੁਤ ਕੋਈ ਵੱਡੀ ਗੱਲ ਨਹੀਂ ਸੀ। ਪਲੱਸ ਉਸ ਦੀਆਂ ਇੰਪਲੀਕੇਸ਼ਨ ਸੀਗੀਆਂ ਜਿਹੜੀਆਂ ਉਹ ਖਤਰਨਾਕ ਸਨ। ਸੋ ਇਸ ਵਜ੍ਹਾ ਕਰਕੇ ਜਿਤਨੀ ਗੱਲ ਸਮਝ ਆਈ ਤੇ ਉਸ ਕਰਕੇ ਮੈਂ ਆਵਾਜ਼ ਚੁੱਕੀ। ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਹਾਲਾਤ ਐਸੇ ਬਣੇ ਕਿ SGPC ਨੂੰ ਵੀ, ਅਕਾਲੀ ਦਲ ਨੂੰ ਵੀ, ਪੰਜਾਬ ਗਵਰਨਮੈਂਟ ਨੂੰ ਵੀ ਮੋੜਾ ਪਾਉਣਾ ਪਿਆ ਤੇ ਉਸ ਗੱਲ ਨੂੰ ਉਹਨਾਂ ਨੇ ਯੂਨੈਸਕੋ ਡੋਜ਼ੀਅਰ ਵਾਪਸ। ਮੈਂ ਸਮਝਦਾ ਕਿ ਉਹ ਇੱਕ ਦਾਤੇ ਦੀ ਨੇ ਕਿਰਪਾ ਕਰਕੇ ਉਹ ਇੱਕ ਸੇਵਾ ਐਸੀ ਲਿੱਤੀ ਕਿ ਜਿਹੜੀ ਗਲਤੀ ਹੋਣ ਤੋਂ, ਬਹੁਤ ਵੱਡੀ ਗਲਤੀ ਹੋਣ ਤੋਂ ਬਚ ਗਈ। ਜੇ ਮੈਂ ਅੱਜ ਕਹਾਂ ਕਿ ਅਗਰ ਯੂਨੈਸਕੋ ਦੇ ਪ੍ਰਬੰਧ ਦੇ ਥੱਲੇ ਜਾਂ ਯੂਨੈਸਕੋ ਲਿਸਟਿੰਗ ਵਿੱਚ ਦਰਬਾਰ ਸਾਹਿਬ ਹੁੰਦਾ ਤੇ ਫਿਰ ਸ਼ਾਇਦ ਦਰਬਾਰ ਸਾਹਿਬ ਵਿੱਚ ਬਣਨ ਵਾਲੀ ਜਿਹੜੀ ਯਾਦਗਾਰ ਜਿਸ ਦੇ ਬਾਰੇ ਹੁਣ ਚਰਚਾ ਚੱਲ ਰਹੀ ਹੈ, ਫਿਰ ਉਹ ਬਣ ਹੀ ਨਹੀਂ ਸੀ ਸਕਦੀ। ਬਿਕੋਜ਼ ਜਦੋਂ ਉਹ ਇੱਕ ਇੰਟਰਨੈਸ਼ਨਲ ਹੈਰੀਟੇਜ ਦੇ ਤੌਰ ਤੇ ਹੋ ਗਈ, ਉਸ ਦੇ ਵਿੱਚ ਕੋਈ ਵੀ ਤਬਦੀਲੀ, ਮਤਲਬ ਇਹ ਗੱਲ ਜਿਹੜੀ ਤੁਸੀਂ ਚੁੱਕੀ, ਉਹ ਸਾਰਿਆਂ ਨੇ ਜਦੋਂ ਡਿਸਕਸ ਕੀਤੀ ਤੇ ਫਿਰ ਸਮਝ ਆ ਗਈ ਵੀ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਸਕਦੀਆਂ ਨੇ। ਸਮਝ ਨਹੀਂ ਆਈ, ਬਿੱਲੀ ਥੱਲੇ ਤੋਂ ਬਾਹਰ ਆ ਗਈ ਤੇ ਫਿਰ ਇਸ ਕਰਕੇ ਮੋੜਾ ਪੈ ਗਿਆ। ਚਲੋ ਤੁਸੀਂ ਇਹਨੂੰ ਇਸ ਤਰ੍ਹਾਂ ਲੈਂਦੇ ਹੋ, ਪਰ ਗੱਲ ਜੇ ਸਾਰਿਆਂ ਦੇ ਸਮਝ ਆਈ ਤੇ ਫਿਰ ਉਹ ਮੇਰਾ ਖਿਆਲ ਯੂਨੈਨਿਮਸਲੀ ਉਹਨਾਂ ਨੇ ਹੋ ਗਿਆ। ਮੈਂ ਤੇ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ। ਪਰ ਤੁਹਾਡਾ ਉਹਦੇ 'ਚ ਯੋਗਦਾਨ ਆਪਾਂ ਕਹਿ ਸਕਦੇ ਵੀ ਬਹੁਤ ਵੱਡਾ ਯੋਗਦਾਨ ਜ਼ਰੂਰ। ਜੇ ਮੈਨੂੰ ਸਮਝ ਆਈ ਮੈਂ ਆਪਣਾ ਰੋਲ ਅਦਾ ਕੀਤਾ ਜੋ ਸੰਭਵ ਸੀ। ਜੀ ਜੀ। ਜਸਦਾਰ ਜੀ, ਇੱਕ ਬਹੁਤ ਵੱਡਾ ਮਸਲਾ ਹੈ ਜਿਹੜਾ ਲੋਕ ਚਰਚਾ ਦਾ ਵਿਸ਼ਾ ਵੀ ਹੈ, ਉਹ ਹੈ ਜਗ੍ਹਾ ਜਗ੍ਹਾ ਤੇ ਉਸਰ ਰਹੇ ਗੁਰਦੁਆਰੇ। ਗੁਰਦੁਆਰਾ ਬਣਨਾ, ਗੁਰਦੁਆਰਾ ਸਾਹਿਬ ਦੀ ਉਸਾਰੀ ਹੋਣੀ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੈ। ਪਰ ਜਿਹੜੀ ਜਾਤਾਂ ਤੇ ਕਬੀਲਿਆਂ ਦੇ ਨਾਂ ਤੇ ਉਹ ਜਿਹੜੇ ਗੁਰਦੁਆਰੇ ਪਿੰਡਾਂ ਤੇ ਸ਼ਹਿਰਾਂ 'ਚ ਵੀ ਜਿਹੜੇ ਬਣ ਰਹੇ ਨੇ ਵੱਡੀ ਪੱਧਰ ਤੇ, ਇੱਕ ਪਿੰਡ ਦੀ ਜੇ ਆਬਾਦੀ 200 400 500 ਹੈ ਤੇ ਉੱਥੇ 5 ਗੁਰਦੁਆਰੇ ਨੇ, ਔਰ ਉਹ ਵੱਖਰੀ ਵੱਖਰੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ, ਵੱਖਰੀਆਂ ਵੱਖਰੀਆਂ ਜਾਤਾਂ ਨੂੰ ਬਿਲੋਂਗ ਕਰਦੇ ਨੇ। ਇਹ ਜਿਹੜਾ ਰੁਝਾਨ ਹੈ, ਇਹਦੇ ਨਾਲ ਕਿੱਥੋਂ ਤੱਕ ਸਹਿਮਤ ਹੋ? ਦੇਖੋ, ਮੈਂ ਸਮਝਦਾ ਕਿ ਰੁਝਾਨ ਬਹੁਤ ਪੱਖਾਂ ਤੋਂ ਗੁਰਮਤ ਦੇ ਉਲਟ ਆ। ਅਸੀਂ ਗੁਰਮਤ ਨੂੰ ਮੰਨਣ ਵਾਲੇ, ਗੁਰੂ ਕੇ ਸਿੱਖ ਕਹਾਉਣ ਵਾਲੇ, ਅਸੀਂ ਗੁਰਮਤ ਆਸ਼ੇ ਤੋਂ ਬਹੁਤ ਗੱਲਾਂ ਜਿਹੜੀਆਂ ਨੇ ਉਲਟ ਕਰ ਰਹੇ ਹਾਂ। ਇਹ ਗੱਲ ਵੀ ਉਹਨਾਂ ਚੋਂ ਇੱਕ ਕਹੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਦੀ ਜ਼ਰੂਰਤ ਹੈ। ਸਿੱਖ ਦਾ ਧਾਰਮਿਕ ਤੇ ਸਮਾਜਿਕ ਕੇਂਦਰ ਹੈ। ਇੱਥੋਂ ਜਿੱਥੇ ਸਕੂਲਿੰਗ ਮਿਲਣੀ ਹੈ, ਇੱਥੋਂ ਜਿੱਥੋਂ ਐਜੂਕੇਟ ਹੋਣਾ ਹੈ ਅਸੀਂ ਗੁਰਮਤ ਦੇ ਸੰਬੰਧ ਵਿੱਚ, ਉੱਥੇ ਸਮਾਜਿਕ ਕੇਂਦਰ ਵੀ ਨੇ। ਇਸ ਲੋੜ ਦੇ ਅਨੁਸਾਰ ਹੀ ਜਿੱਥੇ ਗੁਰਦੁਆਰਾ ਸਥਾਪਿਤ ਹੋਣ ਉਹ ਤੇ ਵਾਜਿਬ ਨੇ। ਪਰ ਜਿੱਥੇ ਜਾਤ ਬਰਾਦਰੀ ਦੇ ਨਾਂ ਦੇ ਉੱਤੇ ਲੋੜ ਤੋਂ ਵੱਧ ਬਣ ਜਾਣੇ, ਜਾਂ ਸਿਰਫ ਮੈਂ ਤੇ ਮੇਰੀ ਦੀ ਵਜ੍ਹਾ ਕਰਕੇ ਉਹਨਾਂ ਦੇ 'ਚ ਮਲਟੀਪਲਾਈ ਹੋਣਾ, ਜਿਵੇਂ ਬਾਹਰਲੇ ਮੁਲਕਾਂ 'ਚ ਖਾਸ ਤੌਰ ਤੇ ਇਹ ਹੈ ਕਿ ਉੱਥੇ ਲੋੜ ਹੀ ਨਹੀਂ ਹੁੰਦੀ, ਪਰ ਇਹ ਹੈ ਕਿ ਬਈ ਇਸ ਪ੍ਰਬੰਧ 'ਚ ਦਖਲ ਨਹੀਂ ਦੇ ਸਕਦੇ ਤੇ ਨਵਾਂ ਪ੍ਰਬੰਧ ਆਪਣਾ ਕ੍ਰੀਏਟ ਕਰ ਲਓ, ਤੇ ਉਹ ਗੈਰ ਵਾਜਬ ਨੇ। ਹੁਣ ਜਾਤ ਬਰਾਦਰੀਆਂ ਦੇ ਨਾਂ ਦੇ ਉੱਤੇ ਜੇ ਕਹੀਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰਬਾਣੀ, ਗੁਰਮਤ ਦਾ ਸਿਧਾਂਤ ਜਿਹੜਾ ਹੈ ਉਹ ਸਾਨੂੰ ਕਾਸਟਿਜ਼ਮ ਦੇ ਵਿੱਚ ਬਿਲੀਵ ਨਾ ਕਰਨ ਦੀ ਗੱਲ ਕਹਿੰਦਾ। ਉਹਦੇ ਮੋਢੀ ਉਹਦਾ ਜਿਹੜਾ ਬੇਸ ਹੈ ਗੁਰਬਾਣੀ ਦਾ, ਉਹੀ ਇਹ ਹੈ ਕਿ ਅਸੀਂ ਸਭ ਬਰਾਬਰ ਨੇ, ਸਭ ਬਰਾਬਰ ਨੇ। ਕੋਈ ਕਿਸੇ ਤਰੀਕੇ ਜਾਤ ਕਾ ਗਰਬ ਨਾ ਕੀਜੇ, ਮੁਰਖ ਗਵਾਰਾ ਦੀ ਗੱਲ ਹੈ। ਬੇਅੰਤ ਗੱਲਾਂ ਨੇ, ਉਹ ਸਾਰਿਆਂ ਦੇ ਲਈ ਸਾਂਝੀ ਥਾਂ ਹੈ। ਉਹ ਆਪਣਿਆਂ ਲਈ ਹੀ ਨਹੀਂ ਬਲਕਿ ਬਗਾਨਿਆਂ ਲਈ ਵੀ ਸਾਂਝੀ ਥਾਂ ਹੈ। ਤੇ ਉਹ ਗੈਰ ਵਾਜਬ ਗੱਲ ਹੈ। ਉਹਦੇ ਪਿੱਛੇ ਜੇ ਗੱਲ ਵੇਖੀਏ ਤੇ ਬਰੀਫਲੀ ਮੈਂ ਇੰਨੀ ਉਹ ਗੱਲ ਤੁਹਾਨੂੰ ਕਹਾਂ ਕਿ ਸਮਾਜ ਵਿਚਲੀਆਂ ਪਈਆਂ ਹੋਈਆਂ ਤਰੇੜਾਂ, ਦਰਾਰਾਂ, ਵਧੀਕੀਆਂ ਜਾਂ ਬਹੁਤ ਐਸੇ ਪਹਿਲੂ ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਵਰਗ ਨੂੰ ਦੂਰ ਕਰ ਲਿੱਤਾ, ਉਹ ਇਸ ਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਨੇ। ਸੋਚਣ ਦੀ ਲੋੜ ਹੈ।
ਉਹ ਵੀ ਗਲਤੀ ਸੁਧਾਰਨ ਦੀ ਲੋੜ ਹੈ। ਪਰ ਜੇ ਕਿਸੇ ਨੇ ਇਹ ਗਲਤੀ ਕੀਤੀ ਹੈ ਕਿ ਕਿਸੇ ਇੱਕ ਵਰਗ ਨੂੰ ਤੁਸੀਂ ਦੂਰ ਕੀਤਾ ਹੈ ਜਾਂ ਉਹ ਮਹਿਸੂਸ ਕਰਦੇ ਨੇ ਕਿ ਸਾਡੇ ਨਾਲ ਜਿਹੜਾ ਹੈ ਵਿਵਹਾਰ ਜੋ ਬਣਦਾ ਉਹ ਨਹੀਂ ਹੈ, ਤਦ ਵੀ ਉਹਨਾਂ ਨੂੰ ਵੀ ਇਹ ਚਾਹੀਦਾ, ਉਹਨਾਂ ਨੂੰ ਵੀ ਉਸ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਆਪਣੀ ਜਾਤ ਜਾਂ ਬਰਾਦਰੀ ਦੇ ਨਾਂ ਦੇ ਉੱਤੇ ਨਵਾਂ ਸਥਾਨ ਬਣਾ ਲੈਣਾ। ਗੱਲ ਚੱਲ ਰਹੀ ਹੈ ਐਸਜੀਪੀਸੀ ਮੈਂਬਰ ਸਰਦਾਰ ਹਰਦੀਪ ਸਿੰਘ ਹੋਣਾ ਦੇ ਨਾਲ। ਗੱਲਬਾਤ ਦਾ ਸਿਲਸਿਲਾ ਹੋਰ ਵੀ ਇੰਟਰਸਟਿੰਗ ਹੋਵੇਗਾ ਬ੍ਰੇਕ ਤੋਂ ਬਾਅਦ। ਦੇਖਦੇ ਰਹੋ 7C। Janta Express, the only Punjabi daily evening newspaper published from Chandigarh. ਪੰਜਾਬ, ਚੰਡੀਗੜ੍ਹ, ਮੋਹਾਲੀ ਅਤੇ ਆਸ-ਪਾਸ ਦੀਆਂ ਤਾਜ਼ਾ ਤਰੀਨ ਖਬਰਾਂ ਪੜ੍ਹੋ ਜਨਤਾ ਐਕਸਪ੍ਰੈਸ ਤੇ। ਜਨਤਾ ਐਕਸਪ੍ਰੈਸ ਨੂੰ ਆਨਲਾਈਨ ਪੜ੍ਹਨ ਵਾਸਤੇ ਲੌਗਇਨ ਕਰੋ www.jantaexpressdaily.com ਤੇ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਦੀਪ ਸਿੰਘ ਹੋਣਾ ਦੇ ਨਾਲ। ਜਥੇਦਾਰ ਜੀ, ਬਹੁਤ ਵਧੀਆ ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲਾਂ ਦੱਸੀਆਂ। ਮੈਂ ਇਹ ਜਾਣਨਾ ਚਾਹਾਂਗਾ ਕਿ ਜਿਸ ਤਰ੍ਹਾਂ ਐਮਪੀਜ਼ ਨੇ, ਉਹਨਾਂ ਦਾ ਇੱਕ ਕੋਟਾ ਅਲਾਟ ਹੁੰਦਾ ਹੈ, ਇੱਕ ਬਜਟ ਹੁੰਦਾ ਹੈ ਉਹਨਾਂ ਨੂੰ ਖਰਚਣ ਵਾਸਤੇ। ਕੀ ਐਸਜੀਪੀਸੀ ਮੈਂਬਰ ਵਾਸਤੇ ਵੀ ਕੋਈ ਬਜਟ ਹੁੰਦਾ ਹੈ, ਉਹਨਾਂ ਨੂੰ ਅਲਾਟ ਕੀਤਾ ਜਾਂਦਾ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 170 ਤੇ ਬਾਕੀ ਕੋਆਪਟ ਹੋ ਕੇ 185 ਦਾ ਹਾਊਸ ਬਣ ਜਾਂਦਾ ਹੈ। ਜੀ ਜੀ। ਲੇਕਿਨ ਪ੍ਰਬੰਧ ਦੇ ਅਖਤਿਆਰ ਉਹ ਮੈਕਸਿਮਮ 15 ਮੈਂਬਰਾਂ ਦੀ ਐਗਜ਼ੈਕਟਿਵ ਕੋਲ ਹੁੰਦੇ ਨੇ। ਓਕੇ। ਬਾਕੀ ਕਿਸੇ ਮੈਂਬਰ ਦੇ ਕੋਈ ਅਖਤਿਆਰ ਨਹੀਂ ਨੇ, ਕਿਸੇ ਤਰ੍ਹਾਂ ਦਾ ਕੋਈ ਫੰਡ ਨਹੀਂ ਹੈ। ਔਰ ਪਿਛਲੇ ਕੁਝ ਸਾਲਾਂ ਤੋਂ, ਜਦੋਂ ਤੋਂ ਮੇਰੇ ਖਿਆਲ ਬੀਬੀ ਜਗੀਰ ਕੌਰ ਹੋਰੀ ਆਏ ਸੀ, ਸ਼ਾਇਦ ਉਦੋਂ ਤੋਂ 50,000 ਰੁਪਏ ਦੀ ਸਾਲ ਦੀ ਡਿਸਕ੍ਰਿਸ਼ਨ ਉਹ ਮੈਂਬਰ ਨੂੰ ਦਿੱਤੀ ਗਈ ਸੀ। ਤੇ ਪਿਛਲੇ ਕੁਝ ਸਾਲਾਂ ਤੋਂ ਉਸ ਨੂੰ ਵਧਾ ਕੇ 1 ਲੱਖ ਰੁਪਏ ਸਾਲ ਦੀ ਡਿਸਕ੍ਰਿਸ਼ਨ, ਕਿ 1 ਲੱਖ ਰੁਪਏ ਸਾਲ 'ਚ ਤੁਸੀਂ ਕਿਸੇ ਨੂੰ ਦੇ ਸਕਦੇ ਹੋ। ਮੇਰੇ ਕਹਿਣ ਦਾ ਭਾਵ ਕਿ ਜੇ ਮੈਂ 16 ਸਾਲਾਂ 17 ਸਾਲਾਂ ਤੋਂ ਐਸਜੀਪੀਸੀ ਦੇ ਵਿੱਚ ਮੈਂਬਰ ਹਾਂ ਜੀ, ਤੇ ਕਰੀਬ 80 ਅਰਬ ਦਾ ਬਜਟ ਬਣ ਗਿਆ ਜੀ, ਤੇ ਉਹਦੇ ਚੋਂ ਇੱਕ ਐਸਜੀਪੀਸੀ ਮੈਂਬਰ ਨੇ 7-8 ਲੱਖ ਰੁਪਏ ਕੇਵਲ ਆਪਣੀ ਡਿਸਕ੍ਰਿਸ਼ਨ ਤੇ ਦਿੱਤਾ ਹੈ। ਜੀ ਜੀ। ਬਾਕੀ ਉਸ ਤੋਂ ਬਾਅਦ ਹੈ ਕਿ ਹਾਂ, ਜੋ ਮੁਖੀ ਨੇ, ਜਥੇਦਾਰ ਨੇ, ਉਹਨਾਂ ਦੇ ਕੋਲੋਂ ਤਾਕਤ ਸਾਰੀ ਹੈ। ਜੇ ਤੇ ਉਹਨਾਂ ਦੇ ਅਨੁਸਾਰ ਹੀ ਗੱਲ ਕਰ ਲਓ, ਹੱਥ ਤੁਹਾਡਾ ਥੱਲੇ ਹੋਏ ਤੇ ਪੈਰ ਉੱਪਰ ਹੋਵੇ, ਫਿਰ ਕੁਛ ਮਰਜ਼ੀ ਕਰ ਲਓ। ਇਸ ਤੋਂ ਬਿਨਾ ਕੋਈ ਜੋ ਸਿਸਟਮ ਦੇ ਵਿੱਚ ਕੋਈ ਵੀ ਐਸਾ ਬਜਟ ਐਲੋਕੇਟ ਨਹੀਂ ਹੈ ਜਿਹੜਾ ਕਿ ਮੈਂਬਰ ਆਪਣੇ ਹਿਸਾਬ ਨਾਲ ਖਰਚ ਉਹ ਤੁਸੀਂ ਆਪਣੇ ਐਸਜੀਪੀਸੀ ਦੇ ਮੁਖੀ ਜਿਹੜੇ ਜਥੇਦਾਰ ਨੇ ਉਹਨਾਂ ਦੀ ਗੱਲ ਕਰ ਰਹੇ ਸੀ ਜੀ। ਐਕਚੁਅਲੀ ਉਹਨਾਂ ਨੂੰ ਉਹ ਵੀ ਜਵਾਬਦੇਹ ਨੇ, ਉਹ ਸਾਰਿਆਂ ਦੇ ਪ੍ਰਤੀ ਜਵਾਬਦੇਹ ਨੇ। ਜੇ ਉਹ ਕੋਈ ਵੀ ਫੰਡ ਦਾ ਇਸਤੇਮਾਲ ਕਰਦੇ ਨੇ ਜਾਂ ਕਿਤੇ ਇਨਵੈਸਟ ਕਰਦੇ ਨੇ ਜਾਂ ਕਿਤੇ ਕਰਦੇ ਨੇ, ਉਹ ਜਵਾਬਦੇਹ ਨੇ। ਉਹ ਬਿਲਕੁਲ ਇਹ ਗੱਲ ਸਾਰੀ ਵਿਚਾਰ ਕੇ ਕਰਦੇ ਹੋਣਗੇ ਮੇਰੇ ਹਿਸਾਬ ਨਾਲ ਵੀ ਕਿੱਥੇ ਕਰਨਾ ਚਾਹੀਦਾ। ਮੈਂ ਇਸ ਬਾਰੇ ਇਸ ਵੇਲੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਤੁਸੀਂ ਮੈਨੂੰ ਪੁੱਛਿਆ ਕਿ ਤੁਹਾਡਾ ਮੈਂਬਰਸ ਦਾ ਕੋਈ ਰਾਈਟ ਹੈ, ਤੇ ਮੈਂਬਰਸ ਦਾ ਕੋਈ ਖਾਸ ਰਾਈਟ ਨਹੀਂ ਹੈ। ਜੀ ਜੀ ਜੀ। ਅਸੀਂ ਥੋੜਾ ਜਿਹਾ ਇਸ ਤੋਂ ਹੋਰ ਅੱਗੇ ਚੱਲਦੇ ਹਾਂ। ਐਮਪੀ ਦੀ ਗੱਲ ਹੋਈ, ਫੰਡ ਦੀ ਗੱਲ ਹੋਈ, ਹੁਣ ਧਰਮ ਤੇ ਰਾਜਨੀਤੀ, ਇਹਦੇ ਬਾਰੇ ਵਿਚਾਰ ਕਰਦੇ ਹੋਏ ਕਿ ਇਹ ਜਿਹੜਾ ਸਿਧਾਂਤ ਹੈ, ਧਰਮ ਨੂੰ ਰਾਜਨੀਤੀ ਨਾਲ ਜੋੜ ਕੇ ਚੱਲਣਾ ਜਾਂ ਰਾਜਨੀਤੀ ਨੂੰ ਧਰਮ ਨਾਲ ਜੋੜ ਕੇ ਚੱਲਣਾ, ਇਸ ਸਿਧਾਂਤ ਨਾਲ ਕਿੱਥੋਂ ਤੱਕ ਸਹਿਮਤੀ ਰੱਖਦੇ ਹੋ? ਦੇਖੋ, ਨਾ ਸਹਿਮਤ ਹੋਣ ਦਾ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਇਹ ਧਰਮ ਤੇ ਰਾਜਨੀਤੀ ਦਾ ਸੁਮੇਲ ਜਿਹੜਾ ਹੈ, ਬਹੁਤ ਸੋਹਣਾ ਇੱਕ ਕੰਬੀਨੇਸ਼ਨ ਹੈ। ਉਹ ਗੁਰੂ ਸਾਹਿਬ ਨੇ ਬਖਸ਼ਿਆ ਸਾਨੂੰ। ਜੀ ਜੀ। ਉਸ ਦੇ ਵਿੱਚ ਹੈ ਕਿ ਧਰਮ ਦੇ ਸਿਧਾਂਤਾਂ ਦੇ ਅਨੁਸਾਰ ਹੀ ਤੁਸੀਂ ਤਾਕਤ ਗ੍ਰਹਿਣ ਕਰਕੇ ਲੋਕਾਂ ਦੇ ਹਿੱਤ ਵਿੱਚ ਵਰਤਣੀ ਹੈ। ਧਰਮ ਉੱਪਰ ਹੈ ਜੀ ਜੀ, ਸਿਆਸਤ ਬਾਅਦ ਵਿੱਚ ਹੈ ਜੀ ਜੀ ਜੀ। ਦਰਬਾਰ ਸਾਹਿਬ ਦੀ ਤੇ ਅਕਾਲ ਤਖਤ ਸਾਹਿਬ ਦੀ ਬਣਤਰ ਵਿੱਚ ਵੀ ਲਈਏ ਤੇ ਉੱਥੇ ਵੀ ਇਹੋ ਗੱਲ ਹੈ ਕਿ ਦਰਬਾਰ ਸਾਹਿਬ ਤੋਂ ਜੋ ਹੈ ਉਹ ਅਕਾਲ ਤਖਤ ਨਹੀਂ, ਪਰ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਦਿਸਦਾ ਹੈ ਕਿ ਉੱਥੋਂ ਸੇਧ ਲੈ ਕੇ ਚੱਲਣਾ ਹੈ। ਕਿ ਜੇ ਅੱਜ ਅਸੀਂ ਭਾਈਵਾਲਾਂ ਦੀ ਗੱਲ ਕਰ ਲਈਏ ਨਾ ਜੀ,
ਭਾਈਵਾਲਾਂ ਵੱਲ ਹੀ ਵੇਖ ਲਈਏ ਕਿ ਰਾਜਸੀ ਪਾਰਟੀ ਬੀਜੇਪੀ ਉਹ ਆਪਣੀ ਆਈਡੀਓਲੋਜੀਕਲ ਪਾਰਟੀ ਤੋਂ ਸੇਧ ਲੈ ਕੇ ਚੱਲਦੀ ਹੈ, ਨਾ ਕਿ ਉਹ ਆਪਣੀ ਆਈਡੀਓਲੋਜੀਕਲ ਪਾਰਟੀ ਨੂੰ ਸੇਧ ਦਿੰਦੀ ਹੈ। ਉਹਨਾਂ ਵੱਲ ਹੀ ਵੇਖ ਲਓ, ਉਹਨਾਂ ਨੂੰ ਤਾਂ ਗੁਰੂ ਦਾ ਸਿਧਾਂਤ ਨਹੀਂ ਹੈ, ਪਰ ਉਹ ਗੁਰੂ ਦਾ ਸਿਧਾਂਤ ਸ਼ਾਇਦ ਅਮਲ ਕਰ ਰਹੇ ਨੇ ਕਿ ਉਹਨਾਂ ਦੀ ਆਈਡੀਓਲੋਜੀਕਲ ਪਾਰਟੀ ਜਿਹੜੀ ਹੈ ਉਹ ਪੋਲੀਟੀਕਲ ਪਾਰਟੀ ਨੂੰ ਉੱਥੇ ਹਰਦੀਪ ਸਿੰਘ ਜੀ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ, ਉਹ ਕੋਈ ਉੱਥੇ ਕਨਸਟੀਟਿਊਸ਼ਨਲ ਇਲੈਕਸ਼ਨਸ ਨਹੀਂ ਹੁੰਦੀਆਂ। ਸਾਡੀ ਤੁਹਾਡੀ ਜਿਹੜੀ ਬਾਡੀ ਹੈ ਇਹ ਇੱਥੇ ਪ੍ਰੋਪਰ ਇਲੈਕਸ਼ਨਸ ਹੁੰਦੀਆਂ ਨੇ, ਨੁਮਾਇੰਦੇ ਚੁਣੇ ਜਾਂਦੇ ਨੇ। ਦੇਖੋ ਤੁਸੀਂ ਇੰਡੀਪੈਂਡੈਂਟ ਹੋਣ ਦੇ ਬਾਵਜੂਦ ਲੋਕਾਂ ਨੇ ਤੁਹਾਨੂੰ ਚੁਣਿਆ, ਤੁਸੀਂ ਉਸ ਸੰਸਥਾ ਦੇ ਮੈਂਬਰ ਬਣ ਗਏ। ਦੇਖੋ ਫਿਰ ਇੱਕ ਹੋਰ ਮੈਂ ਗੱਲ ਕਹਾਂ ਕਿ ਮਤਲਬ ਉਹਨਾਂ 'ਚ ਫਰਕ ਹੈ, ਦੋਨਾਂ 'ਚ ਫਰਕ ਹੈ। ਬੀਜੇਪੀ ਮੇਰਾ ਕਹਿਣ ਦਾ ਪੱਖ ਹੈ ਜਿਹੜਾ ਉਹ ਇਹ ਹੈ ਕਿ ਆਈਡੀਓਲੋਜੀ, ਐਥਿਕਸ ਜੀ, ਉਸ ਤੋਂ ਸੇਧ ਲੈ ਕੇ ਜੀ ਕੀਤਾ ਜਾਣ ਵਾਲਾ ਕੰਮ, ਉਹਦੇ ਉਸ ਤੋਂ ਸੇਧ ਲੈ ਕੇ ਕੀਤੀ ਜਾਣ ਵਾਲੀ ਸਿਆਸਤ ਉਹ ਲੋਕ ਹਿੱਤ ਵਿੱਚ ਹੋ ਸਕਦੀ ਹੈ। ਮੈਂ ਇਹ ਉਸ ਵਿੱਚ ਕਹਿਣਾ ਚਾਹੁੰਦਾ। ਦੂਜੀ ਰਹਿ ਗਈ ਤੁਸੀਂ ਇਲੈਕਸ਼ਨਸ ਦੀ ਗੱਲ ਕਹੀ ਨਾ, ਇਲੈਕਸ਼ਨ ਸਿਸਟਮ ਸਾਡੇ 'ਚ ਹੈ, ਇਹੀ ਸਭ ਤੋਂ ਵੱਡਾ ਦੁਖਾਂਤ ਹੈ ਸਾਡਾ। ਅੱਛਾ ਜੀ, ਸਿੱਖੀ ਦੇ ਵਿੱਚ ਇਲੈਕਸ਼ਨ ਦਾ ਸਿਸਟਮ ਨਹੀਂ। ਤੁਸੀਂ ਕਹੋਗੇ ਕਿ ਇੱਕ ਚੁਣਿਆ ਹੋਇਆ ਮੈਂਬਰ, ਇੱਕ ਇਲੈਕਟਡ ਮੈਂਬਰ, ਇਲੈਕਸ਼ਨ ਦੇ ਵਿੱਚ ਜਾਣ ਵਾਲਾ ਮੈਂਬਰ, ਉਹ ਕਹਿ ਰਿਹਾ ਹੈ ਮੈਂ ਤਿੰਨੋਂ ਇਲੈਕਸ਼ਨਾਂ 'ਚ ਸਭ ਤੋਂ ਪਹਿਲਾ ਸੈਂਟੈਂਸ ਹੀ ਮੇਰਾ ਇਹ ਰਹਿੰਦਾ ਰਿਹਾ, ਹਾਲਾਂਕਿ ਗੁਰਮਤ ਦੇ ਵਿੱਚ ਇਲੈਕਸ਼ਨ ਦਾ ਨਹੀਂ ਸਿਲੈਕਸ਼ਨ ਦਾ ਸਿਸਟਮ ਹੈ, ਪਰ ਗਿਵਨ ਸਰਕਮਸਟੈਂਸਿਸ ਜਿਸ ਚੋਂ ਨਹੀਂ ਨਿਕਲ ਸਕ ਰਹੇ ਹਾਂ ਤੇ ਹਾਲੇ ਸ਼ਾਇਦ ਸੰਭਾਵਨਾ ਵੀ ਕੋਈ ਨਹੀਂ ਦਿਸਦੀ, ਇਸ ਕਰਕੇ ਤੁਹਾਡੇ ਇਸ ਚੋਣ ਦੇ ਇਸ ਸਿਸਟਮ ਦੇ ਵਿੱਚ ਆਉਣਾ ਪੈਂਦਾ ਹੈ। ਬਟ ਇਹ ਗੁਰਮਤ ਦਾ ਸਿਧਾਂਤ ਨਹੀਂ ਹੈ ਤੇ ਸਿੱਖ ਕੌਮ ਦੀ ਦੁਸ਼ਵਾਰੀਆਂ ਦੇ ਵੱਡਾ ਕਾਰਨ ਇੱਕ ਚੋਣ ਸਿਸਟਮ ਵੀ ਹੈ। ਇਹ ਚੋਣ ਸਿਸਟਮ ਹੈ ਜਿਹੜਾ ਇਸ ਦੇ ਕਰਕੇ ਕੌਮ ਨੂੰ ਬੜੀਆਂ ਵੱਡੀਆਂ ਮੁਸ਼ਕਲਾਤਾਂ ਵੀ। ਸਿਲੈਕਸ਼ਨ ਦਾ ਤੇ ਫਿਰ ਤਾਂ ਟੋਟਲੀ ਜਿਹੜਾ ਹੋ ਜਾਏਗਾ, ਕੰਟਰੋਲ ਹੋ ਜਾਏਗਾ ਰਾਜਨੀਤਿਕ ਸਿਸਟਮ ਦਾ। ਜਿਹੜੇ ਬੰਦੇ ਨੂੰ ਚਾਹਣਗੇ ਉਹ ਸਿਲੈਕਟ ਕਰਕੇ, ਫਿਰ ਤੁਹਾਡੇ ਵਰਗੇ ਬੰਦਿਆਂ ਦੀ ਵਾਰੀ ਨਹੀਂ ਆਉਣੀ ਮੁਸ਼ਕਲ ਹੋ ਸਕਦੀ ਹੈ। ਨਹੀਂ, ਗੱਲ ਕੀ ਹੈਗੀ ਹੈ, ਮੈਂ ਤੇ ਉਹੀ ਕਹਿੰਦਾ ਕਿ ਓਵਰਆਲ ਸਾਡੀ ਗੱਲ ਸਾਡੀ ਨਹੀਂ ਗੱਲ ਤੇ ਹੈ ਕਿ ਰਾਈਟ ਐਂਡ ਰੋਂਗ ਦੀ ਗੱਲ ਹੈਗੀ ਜੀ ਜੀ। ਰਾਈਟ ਠੀਕ ਕੀ ਹੈ, ਗਲਤ ਕੀ ਹੈ, ਉਸ ਗੱਲ ਨੂੰ ਜਾਣਨ ਦੀ ਲੋੜ ਹੈ, ਔਰ ਉਸ ਦੇ ਲਈ ਮੈਂ ਆਵਾਂ ਜਾਂ ਨਾ ਆਵਾਂ ਉਹ ਨਹੀਂ ਹੈ। ਤੇ ਦੂਜੀ ਗੱਲ ਕਿ ਓਵਰਆਲ ਸਿਸਟਮ ਹੀ ਜਿਹੜਾ ਹੈ ਉਸ ਦੇ ਉੱਤੇ ਮੁੜ ਵਿਚਾਰ ਕਰਕੇ ਇੱਕ ਨਵਾਂ ਖਾਕਾ ਉਸਾਰਨ ਦੀ ਲੋੜ ਹੈ, ਉਲੀਕਣ ਦੀ ਲੋੜ ਹੈ। ਤੇ ਨਹੀਂ ਤਾਂ ਕੌਮ ਦਾ ਜਿਹੜਾ ਜੇ ਉੱਤੋਂ ਅਸੀਂ ਥੱਲੇ ਨੂੰ ਆਏ ਆ ਤੇ ਕੌਮ ਦਾ ਭਵਿੱਖ ਬਹੁਤ ਚੰਗਾ ਨਹੀਂ ਹੋਵੇਗਾ। ਇੱਕ ਬੜੀ ਕੰਟਰੋਵਰਸ਼ੀ ਨਹੀਂ ਕਹਿ ਸਕਦੇ ਉਹਨੂੰ, ਪਰ ਰਾਜਨੀਤੀ ਦੇ ਵਿੱਚ ਬੜੀ ਅਟਪਟੀ ਜੀ ਗੱਲ ਲੱਗਦੀ ਹੈ ਵੀ ਦੁਸ਼ਮਣ ਦੇ ਦੁਸ਼ਮਣ ਨੂੰ ਦੋਸਤ ਸਮਝਿਆ ਜਾਂਦਾ ਹੈ। ਪਰ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਏ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਲਟ ਗਰੁੱਪ ਸੀ, ਈਵਨ ਅਕਾਲੀ ਫੈਕਸ਼ਨਸ ਜਿਹੜੇ ਸੀ, ਜਿੱਦਾਂ 1920 ਅਕਾਲੀ ਦਲ ਸੀ, ਹੋਰ ਅਕਾਲੀ ਗਰੁੱਪ ਜਿਹੜੇ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਵੀ ਤੁਹਾਨੂੰ ਨਾਲ ਲੈਣਾ ਜਿਹੜਾ ਵਾਜਬ ਨਹੀਂ ਸਮਝਿਆ। ਉਹਨਾਂ ਨੇ ਜਾਂ ਤੁਹਾਨੂੰ ਸਪੋਰਟ ਨਹੀਂ ਦਿੱਤੀ ਜਾਂ ਤੁਹਾਡੀ ਸਪੋਰਟ ਨਹੀਂ ਲਈ। ਇਹਦਾ ਕੀ ਕਾਰਨ? ਦੇਖੋ, ਮੇਰੇ ਕੁਛ ਇੱਕ ਜਿਹੜੇ ਨੇ ਉਹ ਬੇਸਿਕ ਡਿਫਰੈਂਸਿਸ ਨੇ ਜੀ। ਮੈਂ ਸਮਝਦਾ ਮੈਂ ਕਿਸੇ ਪਾਰਟੀ ਵਿੱਚ ਵੀ ਹੋਵਾਂ ਤੇ ਪਾਰਟੀਆਂ ਦੇ ਵਿੱਚ ਆਪਣੇ ਵਿਚਾਰ ਜ਼ਾਹਰ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਗੱਲ ਤੇ ਮੁਸ਼ਕਿਲ ਵੀ ਅੱਜ ਇਹੀ ਹੈ ਤੇ ਫਰਕ ਵੀ ਇਹੀ ਹੈ ਕਿ ਜੇ ਆਪਣੇ ਵਿਚਾਰ ਜ਼ਾਹਰ ਕਰਦੇ ਆ, ਬਾਕੀ ਜਿਹੜੇ ਨੇ ਉਹ ਆਪਣੀ ਜ਼ੁਬਾਨ ਬੰਦ ਰੱਖਦੇ ਨੇ। ਤੇ ਦੂਸਰੀ ਗੱਲ ਕਿ ਜਦੋਂ ਉਹਨਾਂ ਨੂੰ ਵੀ ਮੈਂ ਕਿਹਾ ਕਿ ਮੈਨੂੰ ਕੋਈ ਮਨਾ ਨਹੀਂ ਹੈ, ਤੁਸੀਂ ਜੇ ਪਾਰਟੀ ਵੱਲੋਂ ਲਿਆਉਣਾ ਚਾਹੁੰਦੇ ਹੋ ਤੇ ਤਦ ਮੈਂ ਰਾਜ਼ੀ ਹਾਂ, ਨਹੀਂ ਤੇ ਸੰਗਤ ਦੀ ਜੋ ਇੱਛਾ ਹੈ ਉਸ ਅਨੁਸਾਰ ਹੈ। ਤੇ ਜਦੋਂ ਉਹਨਾਂ ਨੇ ਕਿਸੇ ਦਬਾਅ ਦੀ ਵਜ੍ਹਾ ਕਰਕੇ ਨਾ ਕੀਤੀ ਤੇ ਉਸ ਵਕਤ ਦੂਸਰੀਆਂ ਤਰ੍ਹਾਂ ਕਹਿਣ ਕਿ ਤੁਸੀਂ ਸਾਨੂੰ ਪਹਿਲੇ ਜੁਆਇਨ ਕਰੋ ਤੇ ਫਿਰ ਅਸੀਂ ਤੁਹਾਨੂੰ ਜਿਹੜਾ ਹੈ ਉਹ ਕਰਾਂ। ਮੈਂ ਕਿਹਾ ਮੈਂ ਇੱਕ ਗੁਲਾਮੀ ਗਲੋਂ ਲਾ ਕੇ ਦੂਜੀ ਗੁਲਾਮੀ ਗਲ ਪਾਉਣੀ ਹੈ ਤੇ ਮੈਨੂੰ ਵਾਜਬ ਨਹੀਂ ਲੱਗਦਾ। ਇਫ ਯੂ ਰੀਅਲੀ ਵਾਂਟ ਕਿ ਵੀ ਹਾਂ ਕੋਈ ਕੌਮੀ ਗੱਲ ਕਰਨ ਦੇ ਲਈ ਜਾਂ ਇਸ ਥਾਂ ਦੇ ਉੱਤੇ ਆਉਣ ਦੇ ਲਈ ਤੁਹਾਨੂੰ ਸਹਿਯੋਗ ਕਰਨਾ ਬਣਦਾ ਹੈ, ਫਿਰ ਤੁਸੀਂ ਇਹ ਸ਼ਰਤਾਂ ਤੋਂ ਬਿਨਾ ਮੈਨੂੰ ਜੋ ਹੈ ਸਾਥ ਸਹਿਯੋਗ ਦਿਓ। ਤੇ ਜੇ ਸਾਥ ਸਹਿਯੋਗ ਨਹੀਂ ਦਿੰਦੇ, ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਨੂੰ ਹੀ ਲਿਆਉਣਾ ਚਾਹੁੰਦੇ ਹੋ। ਖੈਰ, ਜਿਵੇਂ ਵੀ ਹੈ, ਇੱਕ ਸਖਤ ਮੁਸ਼ਕਲ ਸਾਹਮਣੇ ਸੀ। ਇਹਦੇ ਬਾਵਜੂਦ ਫਿਰ ਇੱਕ ਕਹੀਏ ਕਿ ਜਨ ਕੀ ਪੈਜ ਰੱਖੀ ਕਰਤਾਰੇ। ਮੈਂ ਤੇ ਇਹੋ ਜਿਹੜਾ ਹੈਗਾ ਕਿ ਧੰਨਵਾਦ ਵਜੋਂ ਵੀ ਅਕਾਲ ਪੁਰਖ ਨੇ ਇੱਕ ਇੱਜ਼ਤ ਰੱਖੀ, ਉਹ ਮੇਰੀ ਵੀ, ਉਹ ਸੰਗਤ ਦੀ ਵੀ, ਉਹ ਇੱਕ ਸੱਚੇ ਪੱਖ ਦੀ ਵੀ। ਇੱਕ ਸਿੱਧਾ ਜਿਹਾ ਸਵਾਲ ਕਰਨ ਲੱਗਾ ਕਿ ਅਕਾਲੀ ਦਲ ਬਾਦਲ 'ਚ ਲੋਕ ਜਿਹੜੇ ਤੁਹਾਡੇ ਵੋਟਰ ਨੇ ਤੇ ਸਪੋਰਟਰ ਨੇ, ਉਹ ਇਹ ਉਮੀਦ ਕਰ ਸਕਦੇ ਨੇ ਵੀ ਤੁਹਾਡੀ ਵਾਪਸੀ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ? ਇਹ ਸਵਾਲ ਮੈਨੂੰ ਮੇਰਾ ਖਿਆਲ ਨਹੀਂ ਪੁੱਛਣਾ ਬਣਦਾ। ਇਹ ਸਵਾਲ ਸ਼ਾਇਦ ਨਾ ਲੀਡਰਸ ਨੂੰ ਪੁੱਛਣਾ ਬਣਦਾ ਹੈ।
ਕਿਹੜੇ ਲੀਡਰਸ ਜਿਹੜੇ ਤੁਸੀਂ ਧਿਰਾਂ ਦੀ ਗੱਲ ਕਰਦੇ ਹੋ, ਉਹਦਾ ਕਾਰਨ ਹੈ ਕਿ ਗੱਲ ਇੱਥੇ ਇਹ ਪੁੱਛਣ ਵਾਲੀ ਆ, ਉਹ ਪਬਲਿਕ ਦੀ ਆ, ਜਿਹੜੇ ਤੁਸੀਂ ਵੋਟਰਸ ਦੀ ਗੱਲ ਕਰਦੇ ਹੋ, ਉਹਨਾਂ ਨੂੰ ਵੀ ਸਵਾਲ ਕਰਨਾ ਬਣਦਾ ਹੈ ਕਿ ਇਹੋ ਜਿਹਾ ਬੰਦਾ ਤੁਹਾਨੂੰ ਫਿੱਟ ਨਹੀਂ ਹੈ। ਇਹ ਸਵਾਲ ਮੈਂ ਵੀ ਕਹਿਣਾ ਕਿ ਕਿਹੋ ਜਿਹਾ ਚਾਹੁੰਦੇ ਹੋ। ਕੋਈ ਕੌਮੀ ਤੌਰ ਤੇ ਜਾਂ ਜਿਹੜਾ ਇਹ 15 ਸਾਲ ਦੇ SGPC ਮੈਂਬਰ ਦੇ ਨਾਤੇ ਜੋ ਇੱਕ ਹੈ, ਉਸ ਦੇ ਵਿੱਚ ਕਮੀਆਂ ਕਮਜ਼ੋਰੀਆਂ ਦੱਸੀਆਂ ਜਾਣ ਕਿ ਕਿਉਂ ਨਹੀਂ ਉੱਥੇ ਫਿੱਟ। ਮੈਂ ਕਿਸੇ ਵੀ ਸੰਭਾਵਨਾ ਤੋਂ ਇਨਕਾਰੀ ਨਹੀਂ ਹਾਂ ਤੇ ਮੈਂ ਕਿਸੇ ਗੱਲ ਤੋਂ ਭੱਜਿਆ ਨਹੀਂ ਹਾਂ, ਪਰ ਇਹ ਹੈਗਾ ਕਿ ਸੋਸਾਇਟੀ ਦੀ ਚੰਗਿਆਈ ਵਾਸਤੇ, ਕੁਝ ਕਿਸੇ ਵੀ ਹੋਰ ਇਹੋ ਜਿਹੇ ਕਾਰਜ ਵਾਸਤੇ ਜਿਹੜਾ ਹੈਗਾ, ਇੱਕ ਅਗਰ ਪਲੇਟਫਾਰਮ ਹੋਵੇ ਤਾਂ ਕੋਈ ਬੁਰਾਈ ਨਹੀਂ। ਸਲਾਹ ਕਰ ਸਕਦੇ ਹੋ ਤੁਸੀਂ ਆਪਣੇ ਸਪੋਰਟਰਸ ਵੋਟਰਸ ਨਾਲ, ਜੇ ਕਿਤੇ ਕੋਈ ਹਾਲਾਤ ਬਣਦੇ ਨੇ ਜਾਂ ਕਰਦੇ ਨੇ, ਤੇ ਇਸ ਗੱਲ ਤੋਂ ਆਪਾਂ ਇਸ ਨੂੰ ਕ੍ਰਾਸ ਨਹੀਂ ਕੀਤਾ ਜਾ ਸਕਦਾ ਵੀ ਤੁਸੀਂ ਦੁਬਾਰਾ ਜਿਹੜਾ ਉਹ ਆਪਣੀ ਪੇਰੈਂਟ ਪਾਰਟੀ ਜਿਹੜੀ ਉਹਦੇ ਨਾਲ। ਪੇਰੈਂਟ ਪਾਰਟੀ ਵਾਲਾ ਗੱਲ ਨਹੀਂ, ਗੱਲ ਕੀ ਹੈਗਾ ਹੈ ਕਿ ਮੈਂ ਮਨ ਕਰਕੇ ਅਕਾਲੀ ਹਾਂ ਜੀ। ਮੈਨੂੰ ਕਿਸੇ ਰੰਗ ਦੀ, ਕਿਸੇ ਪਾਰਟੀ ਦੀ ਮੈਂਬਰਸ਼ਿਪ ਦੀ ਜਾਂ ਕਿਸੇ ਤਰ੍ਹਾਂ ਦੇ ਇੱਕ ਸਪੈਸੀਫਿਕ ਕਲਰ ਦੀ ਪੱਗ ਦੀ ਅਕਾਲੀ ਬਣਨ ਵਾਸਤੇ ਮੈਨੂੰ ਉਸ ਦੀ ਲੋੜ ਨਹੀਂ ਹੈ। ਮੈਂ ਮਨ ਕਰਕੇ ਅਕਾਲ ਤਖਤ ਨੂੰ ਸਮਰਪਿਤ ਹੈ। ਜਿਹੜਾ ਅਕਾਲ ਤਖਤ ਨੂੰ ਸਮਰਪਿਤ ਹੈ, ਜਿਹੜਾ ਅਕਾਲ ਦੇ ਦਿੱਤੇ ਰਸਤੇ ਤੇ ਸਿੱਖੀ ਨਾਲ ਸਮਰਪਿਤ ਹੈ, ਉਹ ਅਕਾਲੀ ਹੈ। ਇਹ ਡੈਫੀਨੇਸ਼ਨ ਹੈ ਅਕਾਲੀ। ਮੈਂ ਇਹ ਹੈ, ਕੋਈ ਸਪੈਸੀਫਿਕ ਇੱਕ ਪਰਚੀ ਕਟਵਾਉਣ ਨਾਲ ਨਹੀਂ ਅਕਾਲੀ ਬਣਦਾ। ਉਹ ਮੈਂ ਮਨ ਕਰਕੇ ਹਾਂ ਜੀ, ਸ਼ਾਇਦ ਹੋਰਾਂ ਤੋਂ ਵੱਧ ਵੀ ਹੋਵਾਂ। ਪਰ ਦੂਜੀ ਗੱਲ ਇੱਕ ਹੋਰ ਹੈ, ਭਾਵੇਂ ਕੋਈ ਏਡੇ ਵੱਡੇ ਪੱਖ ਨਹੀਂ ਆ, ਉਹ ਵੀ ਇੱਕ ਡਿਬੇਟ ਦਾ ਮੁੱਦਾ ਹੈ। ਇਸ ਦੇ ਬਾਵਜੂਦ ਮੈਂ ਜਿਹੜੀ ਦੂਜੀ ਵਿਰੋਧੀ ਧਿਰ ਹੈ, ਉਹਦੇ ਤਾਂ ਮੈਂ ਕਦੇ ਜਾ ਹੀ ਨਹੀਂ ਸਕਦਾ, ਉਸ ਦਾ ਮੈਂ ਕਦੇ ਹਿੱਸਾ ਬਣ ਹੀ ਨਹੀਂ ਸਕਦਾ। ਕਈ ਲੋਕ ਤੀਸਰੀ ਸੰਭਾਵਨਾ, ਕਈ ਲੋਕ ਤੁਹਾਡਾ ਨਾਂ ਕਈ ਵਾਰ ਵੈਸੇ ਹੀ ਆਪੋਜੀਸ਼ਨ ਹੋਣ ਕਰਕੇ ਕਾਂਗਰਸ ਨਾਲ ਜੋੜ ਦਿੰਦੇ ਨੇ। ਨਹੀਂ, ਐਸਾ ਵੈਸੇ ਹਾਲ ਤੱਕ ਨਹੀਂ ਜੋੜਿਆ ਕਿਸੇ ਨੇ, ਪਰ ਵੈਸੇ ਇਹ ਹੈ ਵੀ ਜਿਹੜਾ ਇੱਕ ਸਪੈਸੀਫਿਕ ਅਕਾਲੀ ਦਲ ਦਾ ਹਿੱਸਾ ਨਾ, ਉਹ ਹੁੰਦਾ ਹੀ ਕਾਂਗਰਸੀ ਹੈ। ਹਾਲੇ ਤੱਕ ਵੈਸੇ ਜੋੜਿਆ ਨਹੀਂ ਕਿਸੇ ਨੇ, ਪਰ ਇੱਕ ਧਿਰ ਦਾ, ਇੱਕ ਸਪੈਸੀਫਿਕ ਅਕਾਲੀ ਦਲ ਦਾ ਜਿਹੜਾ ਮੈਂਬਰ ਨਾ ਹੋਵੇ, ਉਹ ਹੁੰਦਾ ਹੀ ਕਾਂਗਰਸੀ ਕਹਾਇਆ ਜਾਂਦਾ। ਇਹ ਹੈ। ਤੀਜੀ ਗੱਲ ਇਹ ਹੈ ਕਿ ਕੋਈ ਤੀਜੀ ਆਪਸ਼ਨ ਵੀ ਸਾਹਮਣੇ ਨਹੀਂ ਆਉਂਦੀ ਪਈ। ਔਰ ਦੂਜੀ ਗੱਲ ਹੈ ਕਿ ਇਹ ਕਾਮਯਾਬੀ ਕੋਈ ਸਿਆਣਪ ਤੇ ਚੰਗਿਆਈਆਂ ਤੇ ਕੁਆਲਿਟੀਜ਼ ਕਰਕੇ ਨਹੀਂ ਹੈ। ਇਹ ਕਾਮਯਾਬੀ ਨਕੰਮੀ ਆਪੋਜੀਸ਼ਨ ਦੀ ਵਜ੍ਹਾ ਕਰਕੇ ਹੈ। ਇੱਕ ਹੋਰ ਗੱਲ ਕਿ ਜੇ ਹੈ ਕਿ ਵੀ ਕੋਈ ਹੋਰ ਧਿਰ ਦੇ ਵਿੱਚ ਜਾਣ ਦੀ ਜਾਂ ਨਾ ਵਾਲੀ ਗੱਲ, ਇੱਕ ਪੋਲੀਟੀਕਲ ਧਿਰ ਦਾ, ਮੈਂ ਇਹ ਸਮਝਦਾ, ਮੈਂ ਨਤੀਜੇ ਇਹ ਕੱਢੇ ਨੇ ਕਿ ਇੱਕ ਪੋਲੀਟੀਕਲ ਧਿਰ ਦਾ ਬਦਲ ਕੋਈ ਪੋਲੀਟੀਕਲ ਧਿਰ ਨਹੀਂ ਬਣ ਸਕਦੀ, ਜਿੱਥੇ ਤੱਕ ਪੰਥਕ ਖੇਤਰ ਦਾ ਸਵਾਲ ਹੈ। ਪੋਲੀਟੀਕਲ ਧਿਰ ਦਾ ਬਦਲ ਪੰਥਕ ਪਲੇਟਫਾਰਮ ਬਣ ਸਕਦਾ ਹੈ। ਕੋਈ ਪੋਲੀਟਿਕ ਦੂਜੀ, ਜੇ ਇੱਕ ਗਰੁੱਪ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਪੋਸਟ ਨੂੰ ਜੁਆਇਨ ਕਰਕੇ, ਉਹ ਨਹੀਂ ਬਣ ਸਕੇਗਾ ਕਦੇ ਵੀ। ਇਸ ਕਰਕੇ ਮੈਂ ਸਮਝਦਾ ਕਿ ਉਹ ਭਾਵੇਂ ਰਾਜਸੀ ਖੇਤਰ ਹੋਏ, ਭਾਵੇਂ ਧਾਰਮਿਕ ਖੇਤਰ ਹੋਏ, ਪੰਥਕ ਖੇਤਰ ਹੋਏ, ਕੌਮੀ ਖੇਤਰ ਹੋਏ, ਉਹਦੇ ਵਿੱਚ ਵਿਚਰਦਿਆਂ ਹੋਇਆਂ ਕੰਮ ਕਰਨਾ ਜਿਹੜਾ ਹੈਗਾ, ਉਹ ਸੋਚ ਇੱਕ ਲੈ ਕੇ ਚੱਲਣਾ, ਉਹ ਜ਼ਿਆਦਾ ਵਾਜਿਬ ਗੱਲ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਧਿਰ ਨਾਲ ਹੋ, ਕਿਸ ਸਪੈਸੀਫਿਕ ਗਰੁੱਪ ਦੇ ਨਾਲ ਹੋ। ਕਦਰਾਂ ਕੀਮਤਾਂ ਦੇ ਨਾਲ ਇਹਨਾਂ ਸਮਾਜਿਕ, ਰਾਜਸੀ ਤੇ ਪੰਥਕ ਧਾਰਮਿਕ ਖੇਤਰਾਂ ਦੇ ਵਿੱਚ ਵਿਚਰਨਾ, ਇਹ ਜ਼ਿਆਦਾ ਅਹਿਮੀਅਤ ਰੱਖਦਾ ਹੈ। ਤੁਹਾਡੀ ਜਿਹੜੀ ਰੂਹ ਹੈ ਉਹ ਬੇਸਿਕਲੀ ਧਾਰਮਿਕ ਹੈ। ਤੁਸੀਂ ਸੋਚਦੇ ਜਿਹੜਾ ਉਹ ਧਰਮ ਨਾਲ ਜੋੜ ਕੇ ਚੀਜ਼ ਨੂੰ ਸੋਚਦੇ ਹੋ। ਇਹ ਨਹੀਂ, ਧਰਮ ਨਾਲ ਜੋੜ ਕੇ ਤਾਂ ਹਰ ਇੱਕ ਚੀਜ਼ ਨੂੰ ਸੋਚਣਾ ਹੀ ਚਾਹੀਦਾ ਹੈ। ਧਰਮ ਕੀ ਹੈ? ਧਰਮ ਕਦਰਾਂ ਕੀਮਤਾਂ ਨੇ। ਤੇ ਜੇ ਰਾਜਨੀਤੀ ਵੀ ਹੋਣੀ ਹੈ, ਉਹ ਕਦਰਾਂ ਕੀਮਤਾਂ ਦੀ ਰਾਜਨੀਤੀ ਹੋਏ ਤੇ ਉਹ ਧਰਮੀ ਰਾਜਨੀਤੀ ਹੈ। ਜੇ ਧਰਮ ਨੂੰ ਵਰਤਦਿਆਂ ਰਾਜਨੀਤੀ ਕਰਨੀ ਹੈ ਤੇ ਉਹ ਗੁਰਮਤਿ ਦੇ ਸਿਧਾਂਤ ਦੇ ਉਲਟ ਹੈ। ਧਰਮ ਨੂੰ ਵਰਤਦਿਆਂ ਰਾਜਨੀਤੀ ਕਰਨੀ, ਇਹ ਗੁਰਮਤਿ ਸਿਧਾਂਤ ਦੇ ਉਲਟ ਹੈ। ਲੇਕਿਨ ਕਦਰਾਂ ਕੀਮਤਾਂ ਉਹੀਓ ਧਰਮ ਹੈ। ਕਦਰਾਂ ਕੀਮਤਾਂ ਦੀ ਰਾਜਨੀਤੀ ਕਰਨੀ, ਇਹ ਵੀ ਗੁਰਮਤਿ ਦਾ ਹਿੱਸਾ ਹੈ। ਇਹ ਵੀ ਗੁਰਮਤਿ ਦਾ ਹਿੱਸਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਸਾਂਝੇ ਕੀਤੇ, ਤੁਸੀਂ ਬਿਲਕੁਲ ਸਪਸ਼ਟ ਮਨ ਦੇ ਨਾਲ ਗੱਲਾਂ ਕੀਤੀਆਂ। ਅਸੀਂ ਫਿਰ ਇਹ ਤਵੱਕੋ ਕਰਾਂਗੇ ਕਿ ਜਦੋਂ ਵੀ ਮੌਕਾ ਮਿਲੇਗਾ ਤੁਹਾਡੀ ਸੇਵਾ ਜ਼ਰੂਰ ਲਈ ਜਾਵੇਗੀ। ਬਹੁਤ ਬਹੁਤ ਧੰਨਵਾਦ ਸ਼ਾਹ ਜੀ ਤੁਹਾਡਾ। ਤੁਸੀਂ ਸੰਗਤਾਂ ਦੇ ਤੇ ਦਰਸ਼ਕਾਂ ਦੇ ਰੂਬਰੂ ਕਰਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਹਰਦੀਪ ਸਿੰਘ ਜੀ, ਸ਼੍ਰੋਮਣੀ ਕਮੇਟੀ ਮੈਂਬਰ ਮੋਹਾਲੀ ਹਲਕਾ। ਉਹਨਾਂ ਨੇ ਆਪਣੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਨੇ, ਜਿਹੜੇ ਵਿਚਾਰ ਨੇ, ਰਾਜਨੀਤਿਕ ਵਿਚਾਰ ਨੇ, ਧਾਰਮਿਕ ਵਿਚਾਰ ਨੇ, ਉਹ ਸਾਡੇ ਨਾਲ ਸਾਂਝੇ ਕੀਤੇ। ਤੇ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਹੋਣਗੀਆਂ। ਉਹ ਆਪਣੀ ਗੱਲਬਾਤ 'ਚ ਪ੍ਰਭਾਵਿਤ ਕਰਦੇ ਨੇ।
ਆਪਣੇ ਇਸ ਪ੍ਰੋਗਰਾਮ ਵਿੱਚ ਫੇਰ ਦੁਬਾਰਾ ਮਿਲਣ ਦੀ ਉਮੀਦ ਦੇ ਨਾਲ ਇਜਾਜ਼ਤ ਚਾਹੁੰਦਾ। ਮੈਂ ਕਰਨਵੀਰ ਸ਼ਾਹ। ਸਤਿ ਸ੍ਰੀ ਅਕਾਲ, ਨਮਸਕਾਰ, ਰੱਬ ਰਾਖਾ।